75 दिन हो गए इत्थे बैठिया नूं ते नैशनल ग्रीन ट्रिब्यूनल जिहड़ा बनिया होया वो इत्थे क्लीन चिट दिंदा आके कि पानी पीण जोग है। साडे 4 स्पेरों सानूं घेरिया होया एक पासे माड़ा जिहा काम शुरू हुंदा अगली गल खड़ी कर दिंदे आ, अगले पासे आपां तैयारी करदे आ तीजी गल खड़ी कर दिंदे आ तां कि सानूं 4 स्पेरे उलझाया जा सके। असीं इस गल दे विचों नहीं निकलदे कि असीं सज्जे पक्षी हाँ असीं खब्बे पक्षी हाँ असीं कामरेड हाँ असीं सिख हाँ। दुश्मन चाहुंदा उहनूं पता है कि इन्हां लोकां नूं इस तरह लड़ाई रखो, पर पंजाब लई हुण संवाद करन दी लोड़ है, पंजाब लई विचार करन दी लोड़ है, बैठ के सिर जोड़न दी लोड़ है। टक्कर उन्हां नाल है ਜਿਹੜੇ ਹਜ਼ਾਰਾਂ ਗੁਣਾ ਤਕੜੇ ਵੀ ਨੇ ਬੇਈਮਾਨ ਵੀ ਨੇ, ਸਾਰਾ ਤੰਤਰ ਵੀ ਉਹਨਾਂ ਦੇ ਹੱਥ 'ਚ ਹੈ, ਪਰ ਆਪਾਂ ਆਪਸ ਵਿੱਚ ਲੜੀ ਜਾਂਦੇ ਆ। ਬਹੁਤ ਮਾੜੀ ਗੱਲ ਹੈ। ਪੰਜਾਬ ਆ ਜਿਹੜਾ ਅੱਜ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਇਸ ਭਾਰਤ ਲਈ ਇੱਕ ਸ਼ਾਮਲਾਟ ਬਣਿਆ ਹੋਇਆ। ਮਹਾਲੀ ਦੇ ਵਿੱਚ ਇੱਕ ਕਲੋਨੀ ਕੱਟੀ ਹੋਈ ਹੈ ਹਿਮਾਚਲ ਦੇ ਬੰਦਿਆਂ ਦੀ, ਤੇ ਪੰਜਾਬ ਦਾ ਬੰਦਾ ਉਹਦੇ ਵਿੱਚ ਪਲਾਟ ਲੈ ਕੇ ਘਰ ਨਹੀਂ ਪਾ ਸਕਦਾ, ਜਾਣੇ ਸਾਨੂੰ ਸਾਡੇ ਘਰ ਚੋਂ ਹੀ ਕੱਢਿਆ ਜਾ ਰਿਹਾ। ਮੈਂ ਕਿਹੜਾ ਰਕਮ ਕੱਢੇ ਜਾ ਕੇ ਗਾਵਾਂ ਫੜਦਾ, ਮੈਂ ਕਿਹੜਾ ਭਗਵੰਤ ਮਾਨ ਦੇ ਡਾਂਗ ਮਾਰਦਾ, ਇਹਨਾਂ ਨੀਤੀਆਂ ਦੇ ਖਿਲਾਫ ਹੀ ਬੋਲਦਾ ਨਾ। ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਦੀ ਰਾਖਵੀਆਂ ਕਰ, ਤੁਸੀਂ 68 ਬੰਦੇ ਰੱਖੇ ਆ ਪਿੰਡ ਦੇ ਇੰਸਪੈਕਟਰ, 34 ਬੰਦੇ ਰਾਜਸਥਾਨ ਹਰਿਆਣਾ ਹਿਮਾਚਲ ਦੇ ਰੱਖ ਲਏ। ਦੱਸਣਾ ਚਾਹੁੰਦੇ ਆ ਸਰਕਾਰ ਨੂੰ ਕਿ ਪਿੱਛੇ ਨਹੀਂ ਹਟਣਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਐਂ ਦੱਬ ਲਓਗੇ ਤਾਂ ਇਹ ਪੰਜਾਬ ਹੈ, ਇਹ ਬਹੁਤ ਵੱਡੇ ਭੁਲੇਖੇ 'ਚ ਫਿਰਦੇ ਹੋ ਕਿ ਤੁਸੀਂ ਪੰਜਾਬ ਨੂੰ ਇਸ ਤਰੀਕੇ ਨਾਲ ਦੱਬ ਲਓ। ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਥੇ ਪ੍ਰਸ਼ਾਸਨ ਆਇਆ, ਇੱਕ ਡੀਸੀ ਆਉਂਦੀ ਹੈ ਮੈਡਮ, ਨਾਲ ਐਸਐਸਪੀ ਆਉਂਦਾ, ਨਾਲ ਪ੍ਰਸ਼ਾਸਨ ਆਉਂਦਾ, ਕੱਲਾ ਉਹਦੇ ਐਂ ਨਹੀਂ ਵੀ ਮੰਗਦੀ ਪਏ ਆ, ਬੜਾ ਵਧੀਆ ਤਰੀਕੇ ਨਾਲ ਉਹਦੀਆਂ ਗੱਲਾਂ ਦਾ ਜਵਾਬ ਦੇ ਕੇ ਲਾਜਵਾਬ ਕਰਕੇ ਉਹਨੂੰ ਮੋੜਿਆ। ਸੋ ਇਹੀ ਹੁੰਦੀ ਆ ਸੂਝ-ਬੂਝ ਦੀ ਨਿਸ਼ਾਨੀ। ਸੋ ਮੈਨੂੰ ਲੱਗਦਾ ਕਿ ਸਾਡੀਆਂ ਮਾਵਾਂ ਭੈਣਾਂ ਕਿਸਾਨੀ ਅੰਦੋਲਨ ਤੋਂ ਬਾਅਦ, ਦਿੱਲੀ ਤੋਂ ਬਾਅਦ ਇਹਨਾਂ ਨਾਲ ਕਿਵੇਂ ਮਿਲਕਣਾ ਹੈ ਉਹ ਚੰਗੀ ਤਰ੍ਹਾਂ ਸਿੱਖ ਚੁੱਕੇ ਆ। ਪਰ ਆਪਾਂ ਦੇਖੋ ਇਹ ਸਰਕਾਰ ਦੀ ਬੇਸ਼ਰਮੀ ਦੀ ਹੱਦ ਦੇਖੋ। 75 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਬਣਿਆ ਹੋਇਆ ਉਹ ਇੱਥੇ ਕਲੀਨ ਚਿੱਟ ਦਿੰਦਾ ਆ ਕੇ ਕਿ ਪਾਣੀ ਪੀਣ ਯੋਗ ਹੈ, ਤੇ ਉਹੀ ਟ੍ਰਿਬਿਊਨਲ ਕਹਿੰਦਾ ਹੈ ਪੰਜਾਬ ਸਰਕਾਰ ਨੂੰ 2000 ਕਰੋੜ ਦਾ ਜੁਰਮਾਨਾ ਪਾ ਦਿੰਦਾ ਹੈ ਕਿ ਪੰਜਾਬ ਦੇ ਵਿੱਚੋਂ ਸਰਕਾਰ ਦਾ ਕੂੜਾ ਇਹਨੂੰ ਚੱਕਿਆ ਨਹੀਂ ਜਾ ਰਿਹਾ। ਕੂੜੇ ਦਾ ਬਹੁਤ ਫਿਕਰ ਹੈ, ਪਰ ਜਿਹੜੇ ਪਾਣੀ ਪੀ ਕੇ ਪੰਜਾਬ ਦੇ ਲੋਕ ਕੈਂਸਰ ਜਾਂ ਹੋਰ ਬਿਮਾਰੀਆਂ ਨਾਲ ਮਰ ਰਹੇ ਆ, ਉਹੋ ਜਿਹੀਆਂ ਫੈਕਟਰੀਆਂ ਨੂੰ ਕਲੀਨ ਚਿੱਟਾਂ ਦਿੱਤੀਆਂ ਜਾਂਦੀਆਂ ਨੇ। ਸੋ ਪੰਜਾਬ ਦੇ ਲੋਕੋ ਇਹ ਗੱਲ ਸਮਝ ਲਓ। ਸਾਡੇ ਮੈਂ ਉਸ ਦਿਨ ਵੀ ਬੋਲਿਆ ਸੀ ਕਿ ਸਾਡੇ 4 ਸਪੇਰੋਂ ਸਾਨੂੰ ਘੇਰਿਆ ਹੋਇਆ। ਇੱਕ ਪਾਸੇ ਮਾੜਾ ਜਿਹਾ ਕੰਮ ਸ਼ੁਰੂ ਹੁੰਦਾ ਅਗਲੀ ਗੱਲ ਖੜੀ ਕਰ ਦਿੰਦੇ ਆ, ਅਗਲੇ ਪਾਸੇ ਆਪਾਂ ਤਿਆਰੀ ਕਰਦੇ ਆ ਤੀਜੀ ਗੱਲ ਖੜੀ ਕਰ ਦਿੰਦੇ ਆ, ਤਾਂ ਕਿ ਸਾਨੂੰ 4 ਸਪੇਰੇ ਉਲਝਾਇਆ ਜਾ ਸਕੇ। ਜਿੰਨਾ ਚਿਰ ਸਾਡੇ ਸਿਰ ਨਹੀਂ ਜੁੜਦੇ, ਅਸੀਂ ਇਸ ਗੱਲ ਦੇ ਵਿੱਚੋਂ ਨਹੀਂ ਨਿਕਲਦੇ ਕਿ ਅਸੀਂ ਸੱਜੇ ਪੱਖੀ ਆ ਅਸੀਂ ਖੱਬੇ ਪੱਖੀ ਆ, ਅਸੀਂ ਕਾਮਰੇਡ ਆ ਅਸੀਂ ਸਿੱਖ ਆ, ਉਹਨਾਂ 'ਚ ਲੜਾਈ ਜਿੱਤੀ ਨਹੀਂ ਜਾਣੀ। ਦਿੱਲੀ ਆਪਾਂ ਕਿਉਂ ਜਿੱਤੇ? ਕਿਉਂਕਿ ਉੱਥੇ ਕਾਮਰੇਡ ਵੀ, ਸਿੱਖ ਵੀ, ਸੱਜੇ ਪੱਖੀ ਵਿਚਾਰਧਾਰਾ ਵੀ, ਖੱਬੇ ਪੱਖੀ ਵਿਚਾਰਧਾਰਾ ਵੀ, ਮਜ਼ਦੂਰ ਵੀ, ਕਿਸਾਨ ਵੀ, ਵਪਾਰੀ ਵੀ, ਦੁਕਾਨਦਾਰ ਵੀ, ਹਰ ਨੌਕਰੀ ਪੇਸ਼ੇ ਵਾਲਾ ਵੀ ਆਪਾਂ ਇਕੱਠਿਆਂ ਨੇ ਸਿਰ ਜੋੜਿਆ, ਆਪਣੀ ਜਿੱਤ ਤਾਂ ਹੋਈ ਹੈ। ਦੁਸ਼ਮਣ ਚਾਹੁੰਦਾ ਉਹਨੂੰ ਪਤਾ ਹੈ ਕਿ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਲੜਾਈ ਰੱਖੋ, ਪਰ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਜਿਹੜੇ ਵੀ ਅਗਵਾਈ ਕਰ ਰਹੇ ਆ ਵੱਖ-ਵੱਖ ਤਰ੍ਹਾਂ ਦੀ, ਕਿ ਤੁਹਾਡੀ ਵਿਚਾਰਧਾਰਾ ਆਪਣੇ ਥਾਂ ਰੱਖੋ, ਪਰ ਪੰਜਾਬ ਲਈ ਹੁਣ ਸੰਵਾਦ ਕਰਨ ਦੀ ਲੋੜ ਹੈ, ਪੰਜਾਬ ਲਈ ਵਿਚਾਰ ਕਰਨ ਦੀ ਲੋੜ ਹੈ, ਬੈਠ ਕੇ ਸਿਰ ਜੋੜਨ ਦੀ ਲੋੜ ਹੈ। ਸਾਡੀ ਲੜਾਈ ਉਡੀ ਵੱਡੀ ਨਹੀਂ ਹੈ ਜਿੱਡੀ ਵੱਡੀ ਲੜਾਈ ਸਾਡੀ ਸੈਂਟਰ ਨਾਲ ਹੈ ਜਾਂ ਇਸ ਹਕੂਮਤ ਨਾਲ ਜਾਂ ਸਟੇਟ ਨਾਲ ਹੈ। ਜਿਹੜੀ ਹਕੂਮਤ ਲਗਾਤਾਰ 47 ਤੋਂ ਲੈ ਕੇ ਸਾਡੀ ਹੋਂਦ ਹਸਤੀ ਨੂੰ, ਸਾਡੇ ਵਜੂਦ ਨੂੰ ਖਤਮ ਕਰ ਦੇਣਾ ਚਾਹੁੰਦੀ ਹੈ, ਦੁਨੀਆ ਦੇ ਵਿੱਚ ਸਾਡੀ ਪਹਿਚਾਣ ਨੂੰ ਮਾਰ ਦੇਣਾ ਚਾਹੁੰਦੀ ਹੈ,
ਲੜਾਈ ਉਸ ਹਕੂਮਤ ਦੇ ਨਾਲ ਹੈ, ਟੱਕਰ ਉਹਨਾਂ ਨਾਲ ਹੈ ਜਿਹੜੇ ਹਜ਼ਾਰਾਂ ਗੁਣਾ ਤਕੜੇ ਵੀ ਨੇ, ਬੇਈਮਾਨ ਵੀ ਨੇ, ਸਾਰਾ ਤੰਤਰ ਵੀ ਉਹਨਾਂ ਦੇ ਹੱਥ 'ਚ ਹੈ। ਪਰ ਆਪਾਂ ਆਪਸ ਵਿੱਚ ਲੜੀ ਜਾਂਦੇ ਆ, ਬਹੁਤ ਮਾੜੀ ਗੱਲ ਹੈ। ਇਹ ਸਾਨੂੰ ਸੋਚਣਾ ਪੈਣਾ, ਸਮਝਣਾ ਪੈਣਾ। ਇਹ ਪੰਜਾਬ ਆ ਜਿਹੜਾ ਅੱਜ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਇਸ ਭਾਰਤ ਲਈ ਇੱਕ ਸ਼ਾਮਲਾਟ ਬਣਿਆ ਹੋਇਆ। ਔਰ ਸਾਡੇ ਭਰਾ ਇੱਕ ਉਧਰ ਬੈਠੇ ਆ ਮਜ਼ਦੂਰਾਂ ਦੇ ਵਾਲੇ ਪਾਸੇ, ਸਾਡੇ ਖਿਲਾਫ ਹੀ ਉੱਠ ਖੜੇ। ਚਲੋ ਚੰਗੀ ਗੱਲ ਹੈ, ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਇਕੱਲਾ ਕਿਸਾਨ ਨਹੀਂ ਮਾਰਿਆ ਜਾਣਾ, ਮਜ਼ਦੂਰ ਵੀ ਨਾਲ ਮਰਨਾ ਹੈ। ਮਜ਼ਦੂਰਾਂ ਦੇ ਹੱਕਾਂ ਦੇ ਡਾਕੇ ਦੇਖੋ ਕਿਵੇਂ ਵੱਜ ਰਹੇ ਆ। ਕਾਰਖਾਨੇ, ਫੈਕਟਰੀਆਂ, ਭੱਠਿਆਂ ਦੇ ਉੱਤੇ, ਟੋਲ ਪਲਾਜ਼ਿਆਂ ਦੇ ਉੱਤੇ ਕੌਣ ਆ ਕੇ ਬੈਠ ਗਏ? ਕਿਹਨਾਂ ਨੇ ਕਬਜ਼ਾ ਕਰ ਲਿਆ? ਭਈਆਂ ਨੇ। ਹੈਰਾਨੀ ਦੀ ਗੱਲ ਹੈ, ਮੋਹਾਲੀ ਦੇ ਵਿੱਚ ਇੱਕ ਕਲੋਨੀ ਕੱਟੀ ਹੋਈ ਹੈ ਹਿਮਾਚਲ ਦੇ ਬੰਦਿਆਂ ਦੀ, ਤੇ ਪੰਜਾਬ ਦਾ ਬੰਦਾ ਉਹਦੇ ਵਿੱਚ ਪਲਾਟ ਲੈ ਕੇ ਘਰ ਨਹੀਂ ਪਾ ਸਕਦਾ। ਜਿਹੜੇ ਸਾਨੂੰ ਸਾਡੇ ਘਰ ਚੋਂ ਹੀ ਕੱਢਿਆ ਜਾ ਰਿਹਾ। ਅੱਜ ਜਦੋਂ ਚੋਣਾਂ ਹੋਈਆਂ, ਪਿੱਛੇ ਵੋਟਾਂ ਪਈਆਂ, ਬਲਬੀਰ ਸਿੱਧੂ ਮੋਹਾਲੀ ਤੋਂ ਚੋਣ ਲੜਿਆ, ਉਹਨੇ 12 ਲੱਖ ਰੁਪਇਆ ਦੇ ਕੇ ਭੋਜਪੁਰੀ ਗਾਇਕ, ਜਿਹੜਾ ਬਿਹਾਰ ਦਾ, ਭੋਜਪੁਰੀ ਬਿਹਾਰ ਦੀ ਭਾਸ਼ਾ ਹੈ, ਉਹ ਮੰਗਾ ਕੇ ਲਾਇਆ ਇੱਥੇ ਬਿਹਾਰੀਆਂ ਨੂੰ ਖੁਸ਼ ਕਰਨ ਲਈ। ਕਿੱਥੋਂ ਤੱਕ ਅਸੀਂ ਸਾਡੇ ਤੇ ਕਾਬਜ ਹੋ ਰਹੇ ਆ। ਉਹਦੇ ਮੇਰੇ ਰਾਮਪੁਰੇ ਸ਼ਹਿਰ ਮੇਰੇ ਕੋਲੇ ਪੈ ਜਾਂਦਾ ਹੈ। ਇੱਕ ਭਈਆ ਰੇੜੀ ਲਾਉਂਦਾ ਕੇਲਿਆਂ ਦੀ, ਘਰ ਤੇ ਪਤਾ ਕਿੰਨੇ ਪੈਸੇ ਲਾਏ ਆ? 2 ਕਰੋੜ ਰੁਪਇਆ। ਉਹ ਇੱਥੇ ਆ ਕੇ ਕਾਮਯਾਬ ਹੋ ਰਹੇ ਆ, ਕਾਬਜ ਹੋ ਰਹੇ ਆ ਸਾਡੇ ਕਾਰੋਬਾਰਾਂ ਤੇ। ਪਿੰਡਾਂ ਦੇ ਕਈਆਂ ਦੇ ਸਰਪੰਚ ਬਣ ਕੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ, ਜਲੰਧਰ ਜ਼ਿਲ੍ਹੇ ਦੇ ਵਿੱਚ, ਉੱਥੇ ਕੌਂਸਲਰ ਬਣੇ ਬੈਠੇ ਲੁਧਿਆਣੇ ਸ਼ਹਿਰ ਦੇ ਵਿੱਚ, ਹੌਲੀ ਹੌਲੀ ਇੱਧਰ ਨੂੰ ਵੱਧ ਰਹੇ ਆ। ਇਹ ਬਹੁਤ ਖਤਰਨਾਕ ਰੁਝਾਨ ਹੈ। ਅੱਜ ਦੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਹੈ, ਇੱਕ ਗੁਰਸਿੱਖ ਬੰਦਾ ਹੈ, ਰੋਡਵੇਜ ਦਾ ਡਰਾਈਵਰ ਹੈ, ਉਹਨੂੰ ਭਈਏ ਕੁੱਟੀ ਜਾਂਦੇ ਆ। ਸਾਡੀ ਪਤਾ ਕੀ ਫਿਤਰਤ ਹੋ ਗਈ? ਮੈਂ ਰਾਮਪੁਰਾ ਸ਼ਹਿਰ ਪਿੰਡ ਨੂੰ ਆਪਦੇ ਦਾਣਾ ਮੰਡੀ ਕੋਲੇ ਇੱਕ ਪਿਕਅਪ ਵਾਲੇ ਨੂੰ ਮੂਹਰੇ ਰੇੜੀ ਲਾਈ ਵੀ 20-25 ਭਈਏ ਘੇਰੀ ਖੜੇ। ਮੈਂ ਨਾਲ ਦੇ ਨੂੰ ਕਿਹਾ, ਮੈਂ ਗੱਡੀ ਰੋਕੀ ਯਾਰ। ਅਸੀਂ ਗਏ, ਉੱਤਰ ਕੇ ਮੈਂ ਗਿਆ, ਮੈਂ ਪੁੱਛਿਆ, ਮੈਂ ਕੀ ਗੱਲ ਹੈ ਬਈ? ਆਹ ਦੇਖੋ ਜੀ, ਇਹਨੇ ਸਾਡਾ ਰੇੜੀ ਤੋੜਤੀ, 4000 ਰੁਪਇਆ ਨੁਕਸਾਨ ਹੈ। ਤੁਸੀਂ ਮਾੜਾ ਜਿਹਾ ਚੱਕਾ ਜਿਹਾ ਵਿੰਗਾ ਹੋਇਆ। ਮੈਂ 200 ਰੁਪਏ ਜਦ ਮੇੜ ਕੇ ਮੈਂ ਜਾਓ, ਇਹਨਾਂ ਦਾ ਨੁਕਸਾਨ ਹੈ, ਨਿਬੜ ਗਈ ਗੱਲ। ਨਾਲ ਹੀ ਸ਼ਰਾਬ ਦਾ ਠੇਕਾ ਸੀ ਸਾਹਮਣੇ, ਆਪਣੇ 10-15 ਬੰਦੇ ਪੰਜਾਬੀ ਠੇਕੇ ਤੇ ਐ ਖੜੇ ਸੀ। ਇਹ ਸਾਡੀ ਮਾਨਸਿਕਤਾ ਬਣ ਗਈ। 5 ਮਿੰਟਾਂ 'ਚ ਮਾੜੀ ਜੀ ਗੱਲ ਹੋ ਜੇ ਨਾ, ਸਾਰੇ ਭਈਏ ਇਕੱਠੇ ਹੋ ਜਾਂਦੇ ਆ। ਇੱਥੇ ਆਪਣੇ ਵਾਲੇ ਦੇਖਦੇ ਆ ਤਮਾਸ਼ਾ ਖੜ ਕੇ ਵੀ ਆਪਾਂ ਕੀ ਲੈਣਾ, ਛੱਡ ਪਰੇ, ਆਪਾਂ ਨਾ ਕਿਸੇ ਪੰਗੇ 'ਚ ਆ ਜਾਈਏ। ਜਿੰਨਾ ਚਿਰ ਮਾਨਸਿਕਤਾ ਦੀ ਗੁਲਾਮੀ ਨੂੰ ਕੱਢਦੇ ਨਹੀਂ, ਇਹ ਚੀਜ਼ਾਂ ਬਾਹਰ ਨਹੀਂ ਲੈ ਕੇ ਆਉਂਦੇ ਕਿ ਨਹੀਂ ਯਾਰ ਅਸੀਂ ਇੱਕ ਹੈ, ਸਾਡੀ ਕਿਸੇ ਨਾਲ ਕੋਈ ਵਿਚਾਰਧਾਰਾ ਰਲਦੀ ਹੈ, ਮਿਲਦੀ ਹੈ, ਚਾਹੇ ਮਾੜੀ ਮੋਟੀ ਤਕਰਾਰਬਾਜ਼ੀ ਵੀ ਹੋਈ ਹੈ, ਪਰ ਜਦੋਂ ਕੋਈ ਬਗਾਨਾ ਆ ਕੇ ਸਾਨੂੰ ਘੇਰਦਾ, ਬੰਗਾਰਦਾ, ਉਦੋਂ ਇਕੱਠੇ ਹੋ ਜਾਓ। ਤੁਹਾਡੇ ਸਾਹਮਣੇ ਆ ਚਿੱਟੇ ਦਾ ਪਰਚਾ, ਹੈਰੋਇਨ ਦਾ ਪਰਚਾ, ਪਾਕਿਸਤਾਨ ਨਾਲ ਸੰਬੰਧ ਜੋੜਦੇ। ਉਹ ਇੱਕ ਲੰਡਾ ਹਰੀਕੇ ਦਾ ਮੁੰਡਾ, ਉਹਦੇ ਕੋਈ ਬਲਾਸਟ ਨਾਲ ਸੰਬੰਧ ਜੁੜਦੇ ਆ, ਉਹਦੇ ਨਾਲ ਜੋੜਤੇ, ਦਹਿਸ਼ਤਗਰਦਾਂ ਨਾਲ ਸੰਬੰਧ ਜੋੜ ਕੇ, ਪਾਕਿਸਤਾਨ ਨਾਲ ਸੰਬੰਧ ਜੋੜ ਕੇ ਇੱਕ ਪਰਚਾ ਦਿੱਤਾ। ਇਹ ਤੋਂ ਮਹੀਨਾ ਪਹਿਲਾਂ ਹਰੀਕੇ ਪੱਤਣ, ਮੈਨੂੰ ਕੋਈ ਪਤਾ ਨਹੀਂ। ਉਦੋਂ ਬਾਅਦ ਮੈਂ ਤੁਹਾਡੇ ਕੋਲ ਵੀ ਆ ਕੇ ਗਿਆ, ਸ਼ਾਇਦ 8 ਜਾਂ 9 ਤਰੀਕ ਨੂੰ ਇੱਥੇ ਆਇਆ ਸੀ। ਪਰਚਾ ਹੋਇਆ ਵਾ 2 ਦਾ। ਆ ਮੈਨੂੰ 4 ਦਿਨ ਪਹਿਲਾਂ ਪਤਾ ਲੱਗਿਆ, ਜਦੋਂ ਕਿਸੇ ਮੁੰਡੇ ਨੇ ਦੱਸਿਆ ਉੱਥੇ। ਮੈਂ FIR ਦੇਖੀ, ਕਹਿੰਦੇ ਜੀ ਕਿ 15 ਬੰਦਿਆਂ ਦਾ ਗਰੋਹ ਬਣਿਆ, ਲੰਡਾ ਦਾ ਰਿੰਗ ਲੀਡਰ ਹੈ, ਉਹ ਵਿਦੇਸ਼ 'ਚ ਬੈਠਾ ਹੈ ਤੇ ਲੱਖਾਂ ਨਾਲ ਸ਼ਾਮਲ ਹੈ। ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮੰਗਾਉਂਦੇ ਆ, ਨਾਲੇ ਫਰੋਤੀਆਂ ਲੈਂਦੇ ਆ। ਸ਼ੁਕਰ ਹੈ ਰੱਬ ਦਾ ਪਤਾ ਲੱਗ ਗਿਆ। ਜੇ ਕਿਤੇ ਮੈਨੂੰ ਫੜ ਕੇ ਹੱਥਕੜੀ ਲਾ ਕੇ ਲਈ ਫਿਰਦੇ ਹੁੰਦੇ ਤੇ ਚੈਨਲਾਂ ਤੇ ਚੱਲਦਾ ਹੁੰਦਾ ਕਿ ਭਾਈ ਆਹ ਲੱਖਾਂ ਸਧਾਣਾ ਫਰੋਤੀਆਂ ਲੈਂਦਾ ਫੜਿਆ ਗਿਆ, ਹੈਰੋਇਨ ਵੇਚਦਾ ਫੜਿਆ ਗਿਆ। ਉਹ ਜਿਹੜੇ ਵਿਰੋਧੀ ਹੁੰਦੇ ਆ ਮਾੜੇ ਮੋਟੇ, ਉਹੀ ਬਿਨਾਂ ਗੱਲ ਤੋਂ ਹੀ ਉਹਨਾਂ ਨੇ ਕਹਿਣਾ ਸੀ ਕਿਉਂ ਲੱਖਾਂ ਕਰਦੇ ਸੀ, ਇਹਦਾ ਹੈਰੋਇਨ ਵੇਚਦਾ। ਅਸਲ ਹੁੰਦਾ ਬੰਦਾ ਨਹੀਂ ਮਹੱਤਵਪੂਰਨ ਹੁੰਦਾ, ਬੰਦਾ ਨਹੀਂ ਅਹਿਮ ਹੁੰਦਾ, ਬੰਦੇ ਦਾ ਇੱਕ ਕਿਰਦਾਰ ਹੁੰਦਾ। ਕੋਈ ਬੰਦਾ ਜਿੰਨਾ ਮਰਜ਼ੀ ਤਕੜਾ ਗੁਣੀ ਗਿਆਨੀ ਹੋ ਸਕਦਾ ਹੈ, ਪੜ੍ਹਿਆ ਲਿਖਿਆ ਹੋ ਸਕਦਾ ਹੈ, ਵਿਦਵਾਨ ਹੋ ਸਕਦਾ ਹੈ, ਬਹੁਤ ਚੰਗਾ ਬੁਲਾਰਾ ਹੋ ਸਕਦਾ ਹੈ,
ਪਰ ਸਭ ਤੋਂ ਵੱਡਾ ਕਿਰਦਾਰ ਹੁੰਦਾ ਹੈ। ਇਹ ਕਿਰਦਾਰ ਦੇ ਉੱਤੇ ਚਿੱਕੜ ਕਿਵੇਂ ਸਿੱਟਣਾ, ਕਿਰਦਾਰ ਨੂੰ ਕਿਵੇਂ ਦਾਗੀ ਕਰਨਾ ਹੈ, ਤਾਂ ਕਿ ਲੋਕਾਂ ਦੇ ਵਿੱਚ ਇਹ ਸ਼ੰਕਾ ਖੜੀ ਕਰ ਦਿਓ ਕਿ ਭੰਬਲ ਭੁੱਸੇ 'ਚ ਪਾ ਦਿਓ ਲੋਕ। ਜਿਹੜਾ ਬੰਦਾ 10 ਸਾਲ ਤੋਂ ਲੜ ਰਿਹਾ ਹੈ ਨਸ਼ਿਆਂ ਦੇ ਖਿਲਾਫ, STF ਦੇ ਮੁਖੀ ਤੱਕ ਚਿੱਠੀਆਂ ਪਾਈਆਂ, ਮੇਲਾਂ ਪਾਈਆਂ, ਫੋਨ ਕੀਤੇ ਕਿ ਆਹ ਬੰਦੇ ਚਿੱਟਾ ਵੇਚਦੇ ਆ, ਉਸੇ ਦੇ ਉੱਤੇ ਉਹ ਨਸ਼ੇ ਦਾ ਪਰਚਾ ਲਾ ਦੇਤਾ। ਇਹ ਇਸ ਤਰ੍ਹਾਂ ਵੀ ਕਿਰਦਾਰ ਕੁਸ਼ੀ ਕਰਦੇ ਆ। ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ, ਏਜੰਸੀਆਂ ਨੇ ਗੱਲ ਫੈਲਾਈ ਸੀ ਕਿ ਅੰਦਰੋਂ ਕਮਰਿਆਂ ਦੇ ਵਿੱਚੋਂ ਬੀਬੀਆਂ ਦੇ, ਔਰਤਾਂ ਦੇ ਕੁਝ ਵਸਤਰ ਮਿਲੇ ਆ, ਕੱਪੜੇ ਮਿਲੇ ਆ ਤੇ ਕੁਝ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਨੇ। ਕਾਰਨ ਕੀ, ਕਿਉਂ ਕਹੀ ਗਈ ਇਹ ਗੱਲ ਕਿ ਇਹਨਾਂ ਨੂੰ ਲੋਕਾਂ ਦੇ ਵਿੱਚ ਬਦਨਾਮ ਕਰ ਦਿਓ ਵੀ ਗੁਰਦੁਆਰਿਆਂ 'ਚ ਰਹਿ ਕੇ ਸਿੰਘ ਆਹ ਕੰਮ ਕਰਦੇ ਸੀ। ਇਹ ਹੁੰਦੀ ਹੈ ਕਿਰਦਾਰ ਕੁਸ਼ੀ ਕਰਨੀ। ਸੋ ਭਰਾਵੋ, ਮੈਂ ਇਹਨਾਂ ਨੂੰ ਪਹਿਲਾਂ ਵੀ ਕਹਿ ਚੁੱਕਿਆ ਕਿ ਅਸੀਂ ਕਫਨ ਨਾਲ ਲੈ ਕੇ ਤੁਰੇ ਆ, ਜਦੋਂ ਦੇ ਘਰੇ ਤੁਰੇ ਆ, ਔਰ ਘਰੇ ਵੀ ਕਹਿ ਚੁੱਕੇ ਆ ਵੀ ਨਹੀਂ ਹੁਣ ਇਹ ਰਸਤੇ ਤੋਂ ਮੁੜਦੇ ਤਾਂ ਨਹੀਂ ਆ। ਤੇ ਮੈਂ ਆਪਦੀ ਆਤਮਾ ਤੇ ਕੋਈ ਬੋਝ ਲੈ ਕੇ ਨਹੀਂ ਜਾਣਾ ਚਾਹੁੰਦਾ ਦੁਨੀਆ ਤੋਂ ਕਿ ਕੱਲ ਨੂੰ ਮੈਨੂੰ ਇਹ ਲੱਗੇ ਕਿ ਹਾਂ ਲੱਖਾ ਸਿਆਂ ਤੂੰ ਇੱਕ ਪਰਚੇ ਕਰਕੇ ਚੁੱਪ ਕਰ ਗਿਆ, ਤੂੰ ਹੱਥ ਮਿਲਾ ਲਿਆ ਜਾ ਕੇ। ਚਾਹੁੰਦੇ ਤਾਂ ਇਹੀ ਹੈ, ਜੇ ਮੈਂ ਕ੍ਰਿਮੀਨਲ ਆ, ਮੈਂ ਹੈਰੋਇਨ ਵੇਚਦਾ, ਮੇਰੇ ਦਹਿਸ਼ਤਗਰਦਾਂ ਨਾਲ ਸੰਬੰਧ ਹੈ, ਮੇਰੇ ਪਾਕਿਸਤਾਨ ਨਾਲ ਸੰਬੰਧ ਹੈ, ਮੈਨੂੰ ਫੜਦੇ ਕਿਉਂ ਨਹੀਂ ਬਈ? ਪਰਚਾ ਦੇ ਕੇ ਛੱਡਤਾ, ਸੁਨੇਹੇ ਲਾਉਣ ਲੱਗ ਗਏ, ਵੱਡੇ ਘਰ ਮਿਲਾ ਦਿੰਦੇ ਆ, ਰਾਘਵ ਚੱਡੇ ਨੂੰ ਮਿਲਾ ਦਿੰਦੇ ਆ, ਭਗਵੰਤ ਨੂੰ ਮਿਲਾ ਦਿੰਦੇ ਆ। ਮੈਂ ਕਿਹਾ ਐ ਨਹੀਂ ਜਾਂਦਾ। ਪੰਜਾਬ ਦੇ ਮੁੱਦੇ ਹੋਣਗੇ, ਲੱਖ ਵਾਰੀ ਜਾਵਾਂਗੇ ਮਿਲਣ, ਪਰ ਜਿਸ ਨੂੰ ਲੱਗਦਾ ਵੀ ਅਸੀਂ ਐ ਕੰਨ ਫੜ ਕੇ ਬਾਹਰ ਰੋੜ ਕੇ ਲੈ ਜਾਾਂਗੇ, ਐ ਨਹੀਂ ਜਾਂਦਾ। ਜ਼ਮੀਰ ਨੂੰ ਮਾਰ ਕੇ ਨਹੀਂ ਜਾਣਾ ਚਾਹੁੰਦਾ। ਤੁਸੀਂ ਜੇਲ੍ਹ ਸਿੱਟ ਦਿਓ, ਤੁਸੀਂ ਮਰਵਾ ਦਿਓ, ਕੋਈ ਫਰਕ ਨਹੀਂ। ਪਰ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਕਹਿਣਾ ਚਾਹੁੰਦਾ, ਅੱਜ ਮੇਰੀ ਵਾਰੀ ਆਈ ਹੈ, ਅੱਜ ਮੇਰੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੈ। ਹੁਣ ਰੌਲਾ ਕਿਹੜੀ ਗੱਲ ਦਾ? ਮੈਂ ਕਿਹੜਾ ਰਾਘਵ ਚੱਡੇ ਜਾ ਕੇ ਗਲਾਵਾਂ ਫੜਦਾ, ਮੈਂ ਕਿਹੜਾ ਭਗਵੰਤ ਮਾਨ ਦੇ ਡਾਂਗ ਮਾਰਦਾ, ਇਹਨਾਂ ਨੀਤੀਆਂ ਦੇ ਖਿਲਾਫ ਹੀ ਬੋਲਦਾ ਨਾ। ਕਿ ਜੇ ਭਗਵੰਤ ਮਾਨ ਗੁਜਰਾਤ ਜਾਂਦਾ ਹੈ, 44 ਲੱਖ ਰੁਪਏ ਦਾ ਖਰਚਾ ਪਾਉਨੇ ਹੋ, ਖਜ਼ਾਨੇ ਤੇ ਕਿਉਂ ਪਾਉਨੇ ਹੋ? ਲੋਕਾਂ ਦੇ ਬੋਝ ਕਿਉਂ ਪਾਉਂਦੇ ਆ? ਜੇ ਭਗਵੰਤ ਹਿਮਾਚਲ ਜਾਂਦਾ, 25 ਲੱਖ ਰੁਪਏ ਦਾ ਬੋਝ ਪੈਂਦਾ ਹੈ, ਖਜ਼ਾਨੇ ਤੇ ਕਿਉਂ ਪਾਉਨੇ ਆ? ਜੇ 20 ਕਰੋੜ ਦੀ ਐਡ ਦਿੰਨੇ ਹੋ, ਇਸ਼ਤਿਹਾਰ ਦਿੰਨੇ ਹੋ ਬਾਹਰਲੇ ਸੂਬਿਆਂ 'ਚ ਮਹੀਨੇ ਦੇ, ਤੋਂ ਬੋਝ ਖਜ਼ਾਨੇ ਤੇ ਲੋਕਾਂ ਦੇ ਪੰਜਾਬ ਤੇ ਕਿਉਂ ਪਾਉਂਦੇ ਆ? ਉਹ ਪਾਰਟੀ ਫੰਡ ਚੋਂ ਖਰਚਾ ਕਰੋ, ਸਾਨੂੰ ਕੋਈ ਮਤਲਬ ਨਹੀਂ। ਗੁਜਰਾਤ ਜਾਓ, ਬਿਹਾਰ ਜਾਓ, ਜਿੱਥੇ ਮਰਜ਼ੀ ਤੁਰੇ ਫਿਰੋ, ਪਰ ਆਪਣੀ ਜੇਬ ਚੋਂ ਖਰਚੋ। ਇਹੀ ਗੱਲ ਭਗਵੰਤ ਨੂੰ ਮਿਲ ਕੇ ਕਹਿ ਕੇ ਅਸੀਂ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਦੀ ਰਾਖਵੀਆਂ ਕਰ। ਤੁਸੀਂ 68 ਬੰਦੇ ਰੱਖੇ ਆ ਵੈਟਰਨਰੀ ਇੰਸਪੈਕਟਰ, 34 ਬੰਦੇ ਰਾਜਸਥਾਨ, ਹਰਿਆਣਾ, ਹਿਮਾਚਲ ਦੇ ਰੱਖ ਲਏ। ਰੌਲਾ ਇਹੀ ਗੱਲਾਂ ਦਾ। ਤੁਸੀਂ ਕਹਿੰਦੇ ਆ VIP ਕਲਚਰ ਖਤਮ ਕਰ ਦਿਆਂਗੇ ਜੀ, ਕੈਪਟਨ ਕੋਲੇ 39 ਗੱਡੀਆਂ ਸੀ, ਭਗਵੰਤ ਕੋਲੇ 42 ਹੈ, 1200-1300 ਗਨਮੈਨ ਲਈ ਫਿਰਦੇ ਆ। ਘਰ ਵਾਲੀ ਨਾਲ ਅੱਡ ਹੈ, ਬੇਬੇ ਨਾਲ ਅੱਡ ਹੈ, ਭੈਣ ਨਾਲ ਅੱਡ ਹੈ। ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ, ਘੇਰਾ ਪਾਈ ਖੜੇ ਹੁੰਦੇ ਆਲੇ ਦੁਆਲੇ। ਜਿਹੜਾ ਭਗਵੰਤ ਕਦੇ ਕਹਿੰਦਾ ਹੁੰਦਾ ਸੀ ਵੀ ਜੇ ਭਾਈ ਲੋਕਾਂ ਜਾਣ ਤੋਂ ਡਰ ਲੱਗਦਾ ਤਾਂ ਮੁਰਗੀ ਖਾਨਾ ਖੋਲ ਲਓ। ਨੀਤੀਆਂ ਦਾ ਵਿਰੋਧ ਹੈ। 5 ਘਰ ਨੇ ਇਕੱਲੇ ਭਗਵੰਤ ਕੋਲੇ, ਰਾਘਵ ਚੱਡੇ ਕੋਲ ਡਬਲ ਸਿਕਿਉਰਿਟੀ ਹੈ, ਡਬਲ ਸਿਕਿਉਰਿਟੀ ਕੇਜਰੀਵਾਲ ਨੂੰ ਦੇ ਰੱਖੀ ਹੈ। ਇਹ ਨੀਤੀਆਂ ਦੇ ਕਰਕੇ ਇਹ ਚਾਹੁੰਦੇ ਆ ਕਿ ਇਹ ਆਵਾਜ਼ ਦੱਬ ਦਿਓ, ਡਰਾ ਲਓ, ਹਰ ਤਰੀਕਾ ਵਰਤਦੇ ਆ। ਤੇ ਮੀਡੀਆ ਵੀ ਆਇਆ ਹੋਇਆ, ਇਹ ਮੀਡੀਆ ਨੂੰ ਵੀ ਕਾਬੂ ਕਰੀ ਬੈਠੇ ਆ, ਸਕੰਜਾ ਕਸੀ ਬੈਠੇ ਆ। ਜਿਹੜਾ ਨਹੀਂ ਕਾਬੂ ਆਉਂਦਾ ਉਹਨੂੰ ਡਰਾਵੇ ਵੀ ਦਿੰਦੇ ਆ। ਸੋ ਇਸ ਕਰਕੇ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ, ਤੁਸੀਂ ਬਹੁਤ ਸੋਹਣੀ ਲੜਾਈ ਲੜ ਰਹੇ ਹੋ, ਬੜੇ ਲੰਬੇ ਦਿਨਾਂ ਤੋਂ ਲੈ ਕੇ ਲੜ ਰਹੇ ਹੋ, ਬੜੇ ਵਾਰੀ ਚੜ੍ਹ ਕੇ ਆਏ, ਰਾਤ ਨੂੰ ਪ੍ਰਸ਼ਾਸਨ ਇਕੱਠਾ ਕਰਕੇ ਲਿਆਉਂਦੇ, ਬੱਸਾਂ ਭਰ ਕੇ ਲਿਆਉਂਦੇ ਆ, ਇਹ ਬਹੁਤ ਕੁਝ ਕਰਨਗੇ, ਪਰ ਹਿੱਲਿਓ ਨਾ। ਜਦੋਂ ਕਦੇ ਕੋਈ ਅਜਿਹੀ ਨੌਬਤ ਆਉਂਦੀ ਹੈ ਤਾਂ ਨਾਲ ਦੀ ਨਾਲ ਪਿੰਡਾਂ 'ਚ ਹੋਕੇ ਦੇ ਕੇ ਲੋਕਾਂ ਨੂੰ ਇਕੱਠੇ ਕਰਕੇ ਟਰਾਲੀਆਂ ਭਰ ਕੇ ਤੇ ਪਹੁੰਚ ਜਾ। ਅਸੀਂ ਜਿੰਨੇ ਜੋਗਰੇ ਹੋਏ, ਜਿੱਥੇ ਹੋਏ, ਸਾਨੂੰ ਸੁਨੇਹਾ ਲੱਗੂਗਾ, ਪਹੁੰਚਾਂਗੇ। ਤੇ 9 ਤਰੀਕ ਨੂੰ ਇਕੱਠ ਰੱਖਿਆ ਮੈਂ ਪਿੰਡ ਮਹਾਰਾਜ ਦੇ ਵਿਖੇ, 6ਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਧਰਤੀ। ਪਿੰਡ ਮਹਾਰਾਜ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ, ਰਾਮਪੁਰਾ ਫੂਲ ਦੇ ਕੋਲੇ। ਤੁਹਾਨੂੰ ਅਪੀਲ ਕਰਦਾ, ਬੇਨਤੀ ਕਰਦਾ ਇੱਥੇ ਕਿ ਜ਼ਰੂਰ ਪਹੁੰਚਿਓ, ਕਿਉਂਕਿ ਅਸੀਂ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਪਿੱਛੇ ਨਹੀਂ ਹਟਣਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਐਂ ਦੱਬ ਲਓਗੇ ਤਾਂ ਇਹ ਪੰਜਾਬ ਹੈ, ਇਹ ਬਹੁਤ ਵੱਡੇ ਭੁਲੇਖੇ 'ਚ ਫਿਰਦੇ ਹੋ ਕਿ ਤੁਸੀਂ ਪੰਜਾਬ ਨੂੰ ਇਸ ਤਰੀਕੇ ਨਾਲ ਦੱਬ ਲਓਗੇ। ਨਾ ਪਹਿਲਾਂ ਦਬਾਇਆ ਕਦੇ ਦਬਿਆ ਤੇ ਨਾ ਨੇ ਹੁਣ ਦਬਣਾ।
ਤੁਹਾਡੇ ਅੱਗੇ ਮੇਰੀਆਂ ਮਾਵਾਂ ਭੈਣਾਂ ਅੱਗੇ ਖਾਸ ਕਰਕੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਬਈ 9 ਤਰੀਕ ਪਿੰਡ ਮਹਿਰਾਜ ਜ਼ਰੂਰ ਪਹੁੰਚਿਓ।